ਅੱਜ ਦਾ ਆਪਣਾ ਅਗਲਾ ਟੋਪਿਕ ਹੈਗਾ ਡਿਫਰੈਂਸ ਬਿਟਵੀਨ ਜਨਰਲ ਐਬਿਲਿਟੀ ਐਂਡ ਸਪੈਸੀਫਿਕ ਐਬਿਲਿਟੀ। ਜਨਰਲ ਐਬਿਲਿਟੀ ਜਿਹਨੂੰ ਆਪਾਂ ਜੀ ਫੈਕਟਰ ਵੀ ਕਹਿੰਦੇ ਹਾਂ, ਇਹਨੂੰ ਕੀ ਹੁੰਦੇ ਦਾ ਮਤਲਬ ਕਿ is a base to perform any task. It is a innate and received by heredity. ਜੋ ਜੀ ਫੈਕਟਰ ਹੈ ਉਹ ਕੋਈ ਵੀ ਆਪਾਂ ਟਾਸਕ ਨੂੰ ਪਰਫੋਰਮ ਕਰ ਸਕਦੇ ਹਾਂ, ਆਪਣੇ ਕਿੱਥੋਂ ਮਿਲਦੀ ਇਨੀਟ ਮਤਲਬ ਆਪਣੇ ਅੰਦਰੋਂ, ਰਿਸੀਵਡ ਕਿੱਥੋਂ ਆਪਣੇ ਹੈਰੀਡਿਟੀ ਮਤਲਬ ਆਪਣੇ ਆਪਾਂ ਨੂੰ ਪੇਰੈਂਟਸ ਤੋਂ ਰਿਸੀਵਡ ਹੁੰਦੀ ਹੈ। ਸਪੈਸੀਫਿਕ ਐਬਿਲਿਟੀਜ਼ ਕੀ ਹੁੰਦਾ ਕਿ ਟੂ ਪਰਫੋਰਮ ਇਟ ਟਾਸਕ ਇਫੈਕਟਿਵਲੀ ਵਨ ਨੀਡ ਸਮ ਸਪੈਸੀਫਿਕ ਐਬਿਲਿਟੀ। ਕੋਈ ਵੀ ਆਪਾਂ ਨੂੰ ਟਾਸਕ ਪਰਫੋਰਮ ਕਰਨ ਲਈ ਆਪਾਂ ਨੂੰ ਇੱਕ ਸਪੈਸੀਫਿਕ ਐਬਿਲਿਟੀਜ਼ ਆਪਣੇ ਅੰਦਰ ਹੋਣੀ ਚਾਹੀਦੀ ਹੈ। ਜਿਵੇਂ ਹੁਣ ਮੈਂ ਬੋਲਣ 'ਚ ਵਧੀਆ ਹਾਂ ਤਾਂ ਮੈਂ ਸ਼ਾਇਦ ਤੁਹਾਨੂੰ ਇਸੇ ਕਰਕੇ ਮੈਂ ਤੁਹਾਨੂੰ ਵਧੀਆ ਤਰੀਕੇ ਨਾਲ ਸਮਝਾ ਸਕਦੀ ਹਾਂ। ਇਹ ਮੇਰੀ ਸਪੈਸੀਫਿਕ ਐਬਿਲਿਟੀ ਹੋ ਗਈ। ਦੀ ਸਪੈਸੀਫਿਕ ਐਬਿਲਿਟੀ ਇਜ਼ ਕੋਲਡ ਐਸ ਫੈਕਟਰ। ਇਹਨੂੰ ਆਪਾਂ ਕੀ ਕਰਨਾ ਹੈ ਐਸ ਫੈਕਟਰ। ਟ੍ਰੇਨਿੰਗ ਐਂਡ ਐਜੂਕੇਸ਼ਨ ਡੂ ਨੋਟ ਇਨਫਲੂਐਂਸ ਇਨ ਦਿਸ ਫੈਕਟਰ। ਜਨਰਲ ਐਬਿਲਿਟੀ 'ਚ ਕੀ ਹੁੰਦਾ, ਜੋ ਆਪਾਂ ਹੁਣ ਅਗਰ ਮੈਂ ਹੁਣ ਰੋਜ਼ ਹੀ ਕਿਸੇ ਚੀਜ਼ ਦੀ ਟ੍ਰੇਨਿੰਗ ਕਰਦੀ ਰਹਾਂ, ਮੈਂ ਇਹ ਟ੍ਰੇਨਿੰਗ ਇਹਦੇ ਵਿੱਚ ਨਹੀਂ ਇਨਵੋਲਵ ਹੈ, ਐਜੂਕੇਸ਼ਨ ਵੀ ਇਹਦੇ 'ਤੇ ਕੋਈ ਫੈਕਟਰ ਇਨਫਲੂਐਂਸ ਨਹੀਂ ਕਰ ਸਕਦਾ, ਪ੍ਰਭਾਵ ਨਹੀਂ ਕਰ ਸਕਦਾ। ਸਪੈਸੀਫਿਕ ਐਬਿਲਿਟੀ ਉਲਟਾ ਹੁੰਦਾ, ਇਹਦੇ ਵਿੱਚ ਕੀ ਹੁੰਦਾ, ਇਹ ਫੈਕਟਰ ਚੇਂਜ ਹੋ ਜਾਂਦਾ ਨੇਚਰ ਦੇ ਨਾਲ ਐਂਡ ਇਨਫਲੂਐਂਸ ਬਾਏ ਟ੍ਰੇਨਿੰਗ ਐਂਡ ਐਜੂਕੇਸ਼ਨ। ਹੁਣ ਮੈਂ ਤੁਹਾਨੂੰ CDP ਪੜ੍ਹਾ ਰਹੀ ਹਾਂ, ਅਗਰ ਤੁਸੀਂ ਰੋਜ਼ ਪੜ੍ਹਦੇ ਰਹੋਗੇ ਤੁਹਾਨੂੰ ਟ੍ਰੇਨਿੰਗ ਹੁੰਦੀ ਰਹੇਗੀ, ਤੁਹਾਨੂੰ ਇਹਦੇ ਬਾਰੇ ਐਜੂਕੇਸ਼ਨ ਮਿਲਦੀ ਰਹੀ, ਤੁਸੀਂ ਪੇਪਰ 'ਚ 30 ਆਊਟ ਆਫ 30 ਵੀ ਲੈ ਲਓਗੇ। ਕਿਉਂਕਿ ਤੁਸੀਂ ਰੋਜ਼ ਪੜ੍ਹ ਰਹੇ ਹੋ, ਟ੍ਰੇਨਿੰਗ ਲੈ ਰਹੇ ਹੋ ਅਤੇ ਤੁਹਾਡੀ ਰੋਜ਼ ਹੀ ਪ੍ਰੈਕਟਿਸ ਹੋ ਰਹੀ ਹੈ, ਇਹਦੇ ਕਰਕੇ ਤੁਹਾਡੇ 'ਚ ਚੇਂਜਸ ਆ ਜਾਣਗੇ। ਅਤੇ ਅਗਲਾ ਪੁਆਇੰਟ ਆਪਣਾ ਜਨਰਲ ਐਬਿਲਿਟੀ 'ਚ ਕੀ ਹੁੰਦਾ, ਹੀ ਬਲੀਵ ਦੈਟ ਜੀ ਫੈਕਟਰ ਇਜ਼ ਮੋਰ ਇੰਪੋਰਟੈਂਟ ਦੈਨ ਐਸ ਫੈਕਟਰ। ਇਹਦੇ 'ਚ ਮੰਨਿਆ ਜਾਂਦਾ ਹੈ ਕਿ ਜੋ ਜੀ ਫੈਕਟਰ ਮਤਲਬ ਜਨਰਲ ਫੈਕਟਰ ਹੈ ਉਹ ਐਸ ਫੈਕਟਰ ਤੋਂ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ। ਸਪੈਸੀਫਿਕ 'ਚ ਕੀ ਮੰਨਿਆ ਜਾਂਦਾ, ਐਸ ਫੈਕਟਰ ਇਜ਼ ਐਪਲੀਕੇਬਲ ਇਨ ਸਮ ਸਪੈਸੀਫਿਕ ਫੀਲਡ। ਜੋ ਐਸ ਫੈਕਟਰ ਸਪੈਸੀਫਿਕ 'ਚ ਕੀ ਕਿਹਾ ਜਾਂਦਾ ਕਿ ਐਸ ਫੈਕਟਰ ਕਿੱਥੇ ਐਪਲੀਕੇਬਲ ਹੁੰਦਾ, ਸਮ ਸਪੈਸੀਫਿਕ ਫੀਲਡ 'ਚ। ਇਹ ਨਹੀਂ ਹੈ ਕਿ ਹਰ ਕਿਸੇ ਫੀਲਡ 'ਚ ਇਹ ਸਪੈਸੀਫਿਕ ਐਬਿਲਿਟੀਜ਼ ਕੰਮ ਨਹੀਂ ਆਉਣਗੇ, ਇੱਕ ਕੁਝ ਫੈਕਟਰਸ 'ਚ ਇਹ ਐਪਲੀਕੇਬਲ ਹੋ ਸਕਦੀ ਹੈ, ਹਰ ਫੈਕਟਰ 'ਚ ਨਹੀਂ। ਆਪਣਾ ਨੈਕਸਟ ਪੁਆਇੰਟ ਹੈਗਾ, if G factor is less in a person, S factor will not be developed to its best। ਅਗਰ ਕਿਸੇ 'ਚ G factor ਘੱਟ ਹੈ ਤਾਂ ਕੀ ਹੁੰਦਾ, S factor ਵੀ ਡਿਵੈਲਪ ਨਹੀਂ ਹੋ ਸਕਦਾ ਟੂ ਬੈਸਟਲੀ। ਉਹਦੇ 'ਚ ਕੀ ਹੁੰਦਾ, S factor we need one type of X factor to one task and another type for different skill set may vary in same person। ਆਪਾਂ ਨੂੰ ਸਿਰਫ ਇੱਕ ਟਾਈਪ ਦਾ ਫੈਕਟਰ ਚਾਹੀਦਾ ਹੁੰਦਾ, ਆਪਾਂ ਨੂੰ ਟਾਸਕ ਰਿਪੀਟ ਕਰਾਂਗੇ, ਅਨਦਰ ਟਾਈਪ ਫॉर ਡਿਫਰੈਂਟ ਸਕੈਲ ਮੇ ਵੇਰੀ ਇਨ ਦ ਸੇਮ ਪਰਸਨ, ਮਤਲਬ ਉਹਦੇ ਚੇਂਜਸ ਆਏਗਾ। ਨੈਕਸਟ ਆਪਣਾ ਪੁਆਇੰਟ ਹੈ, ਸਪੇਅਰਮੈਨ ਨੇ ਕਿਹਾ ਸੀ ਇਹਦੇ ਬਾਰੇ, ਸਪੇਅਰਮੈਨ ਐਸ ਫੈਕਟਰ ਬਾਰੇ, ਸੌਰੀ ਜੀ ਫੈਕਟਰ ਬਾਰੇ। Spearman said that every task need both a common G factor and S factor। Spearman ਜੋ ਕਿ ਉਹ ਸੀ, ਸਪੇਅਰਮੈਨ ਨੇ ਇਹਦੇ ਬਾਰੇ ਕੀ ਕਿਹਾ ਕਿ ਹਰ ਪਰਸਨ ਨੂੰ ਐਵਰੀ ਟਾਸਕ ਲਈ ਦੋਨੋਂ ਫੈਕਟਰ ਦੀ ਲੋੜ ਹੈ, ਜੀ ਫੈਕਟਰ ਦੀ ਵੀ ਅਤੇ ਐਸ ਫੈਕਟਰ ਦੀ। ਅਤੇ ਐਸ ਫੈਕਟਰ 'ਚ ਕੀ ਕਿਹਾ ਸੀ, ਐਸ ਫੈਕਟਰ 'ਚ ਕਹਿੰਦਾ ਇਹ ਪਰਸਨ may have high S factor for music and low S factor for maths। ਹਰ ਕਿਸੇ ਨੂੰ ਪਤਾ ਹੈ, ਹਰ ਕੋਈ ਮੈਥ 'ਚ ਇੰਟੈਲੀਜੈਂਟ ਨਹੀਂ ਹੁੰਦਾ, ਹਰ ਕਿਸੇ ਨੂੰ ਮੈਥ ਤੋਂ ਡਰ ਲੱਗਦਾ, ਕਿਸੇ ਨੂੰ ਮਿਊਜ਼ਿਕ ਵਧੀਆ ਲੱਗਦਾ, ਕਿਸੇ ਨੂੰ ਨਹੀਂ ਵਧੀਆ ਲੱਗਦਾ, ਹਰ ਕਿਸੇ ਦਾ ਫੈਕਟਰ ਚੇਂਜ ਹੁੰਦਾ। ਇਹ ਪਰਸਨ ਕਿਸੇ ਨੂੰ ਮੈਥਸ ਜ਼ਿਆਦਾ ਪਸੰਦ ਹੈ, ਕਿਸੇ ਨੂੰ ਮਿਊਜ਼ਿਕ ਘੱਟ ਪਸੰਦ ਹੈ, ਹਰ ਕਿਸੇ ਦੀ ਆਪਣੀ ਆਪਣੀ ਐਬਿਲਿਟੀਜ਼ ਹੈ। ਆਪਣਾ ਨੈਕਸਟ ਪੁਆਇੰਟ ਹੈਗਾ, ਆਪਣੀ ਨੈਕਸਟ ਥਿਊਰੀ ਹੈਗੀ ਹੈ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ, ਹੋਵਰਡ ਗਾਰਡਨਰ। ਇਹ ਕੁਐਸਚਨ ਆਪਾਂ ਨੂੰ PSTET ਕੁਐਸਚਨ 'ਚ ਕਾਫੀ ਵਾਰ ਪੁੱਛਿਆ ਜਾ ਸਕਦਾ ਹੈ ਕਿ ਮਲਟੀਪਲ ਇੰਟੈਲੀਜੈਂਸ ਥਿਊਰੀ, ਇਹੀ ਕੁਐਸਚਨ ਆ ਸਕਦਾ ਤੁਹਾਨੂੰ ਕਿ ਮਲਟੀਪਲ ਇੰਟੈਲੀਜੈਂਸ ਥਿਊਰੀ ਕਿਹਨੇ ਦਿੱਤੀ ਸੀ। ਇਹ ਆਪਾਂ ਨੂੰ ਥਿਊਰੀ ਦਿੱਤੀ ਸੀ ਹੋਵਰਡ ਗਾਰਡਨਰ ਨੇ। ਇਹਨੇ ਕੀ ਕਿਹਾ ਸੀ ਕਿ ਇੰਟੈਲੀਜੈਂਸ ਹੈ ਉਹ ਇੱਕ ਸਿੰਗਲ ਐਂਟਿਟੀ ਨਹੀਂ ਹੈ। ਇਹਦੇ ਵਿੱਚ ਹੋਵਰਡ ਗਾਰਡਨਰ ਬਾਰੇ ਆਪਾਂ ਥੋੜ੍ਹਾ ਜਿਹਾ ਪੜ੍ਹ ਲੈਂਦੇ, ਹੈ ਕੌਣ, ਕੀ ਹੈ। ਹੋਵਰਡ ਗਾਰਡ ਜੋ ਕਿ ਅਮੈਰੀਕਨ ਕੋਗਨੇਟਿਵ ਸਾਈਕੋਲੋਜਿਸਟ ਹੈ, ਉਹਨਾਂ ਨੇ ਉਹਨਾਂ ਨੇ ਫਸਟ ਟਾਈਮ MI ਦੇ ਬਾਰੇ ਕਿਹਾ ਸੀ ਇਨ ਹਿਸ ਬੁੱਕ 'ਚ ਫਰੇਮਸ ਆਫ ਮਾਈਂਡ 'ਚ। ਫਸਟ ਟਾਕਡ ਅਬਾਊਟ MI ਇਨ ਹਿਸ ਬੁੱਕ, ਕਿਹੜੀ ਬੁੱਕ 'ਚ, ਫਰੇਮਸ ਆਫ ਮਾਈਂਡ। ਹੀ ਵਾਸ ਇਨਫਲੂਐਂਸਡ ਬਾਈ ਜੀਨ ਪਿਆਜੇ, ਐਰਿਕਸਨ, ਜੌਨ ਬਰੂਨਰ। ਜੋ ਹੋਵਰਡ ਗਾਰਡਨਰ ਸੀ ਉਹ ਕਿਤੋਂ ਇਨਫਲੂਐਂਸ, ਜੀਨ ਪਿਆਜੇ ਤੋਂ, ਐਰਿਕਸਨ ਤੋਂ। ਐਂਡ ਹੀ ਸੋ ਇੰਟੈਲੀਜੈਂਟ ਇਨ ਅ ਡਿਫਰੈਂਟ ਮੈਨਰ। ਉਹਨਾਂ ਨੇ ਕੀ ਦੇਖਿਆ ਕਿ ਇੰਟੈਲੀਜੈਂਸ ਹੈ ਉਹ ਅਲੱਗ ਅਲੱਗ ਡਿਫਰੈਂਟ ਮੈਨਰ 'ਚ ਦੇਖਿਆ, ਇੱਕ ਨਹੀਂ, ਇੱਕੋ ਹੀ ਵੇ 'ਤੇ ਨਹੀਂ, ਮਤਲਬ ਜਿਵੇਂ ਕਿ ਆਪਾਂ ਕਹਦੇ ਆ ਸਪੋਰਟਸ ਨਹੀਂ, ਉਹਨਾਂ ਨੇ ਇੰਟੈਲੀਜੈਂਸ ਹਰ ਲੈਵਲ 'ਤੇ ਦੇਖੀ ਕਿ ਮਤਲਬ ਕਿਵੇਂ ਆ। ਮਲਟੀਪਲ ਇੰਟੈਲੀਜੈਂਸ, ਹੋਵਰਡ ਗਾਰਡਨਰ ਉਹਨਾਂ ਨੇ ਕੀ ਸੁਜੈਸਟ ਕੀਤਾ ਸੀ ਕਿ ਐਵਰੀਥਿੰਗ ਕੈਨ ਬੀ ਟੋਟ ਇਨ ਮੋਰ ਦੈਨ ਵਨ ਵੇ। ਹੁਣ ਜਿਵੇਂ ਮੈਂ ਤੁਹਾਨੂੰ CDP ਪੜ੍ਹਾ ਰਹੀ ਹਾਂ, ਇਹਦੇ ਵੀ ਅਲੱਗ ਅਲੱਗ ਵੇ ਹੋ ਸਕਦੇ ਆ ਪੜ੍ਹਾਉਣ ਲਈ। ਹੁਣ ਮੈਂ ਤੁਹਾਨੂੰ ਵੀਡੀਓ ਦੇ ਥਰੂ ਪੜ੍ਹਾ ਰਹੀ ਹਾਂ, ਹੁਣ ਜਿਵੇਂ ਤੁਸੀਂ ਆਮਣੇ ਸਾਹਮਣੇ ਹੁੰਦੇ ਮੈਂ ਤੁਹਾਨੂੰ ਉੱਦਾਂ ਪੜ੍ਹਾਉਂਦੀ, ਹਰ ਇੱਕ
ਚੀਜ਼ ਨੂੰ ਪੜ੍ਹਾਉਣ ਦਾ ਇੱਕੋ ਹੀ ਵੇ ਨਹੀਂ ਹੁੰਦਾ, ਬਹੁਤ ਸਾਰੇ ਵੇ ਹੁੰਦਾ। ਜਿਵੇਂ ਆਪਾਂ ਛੋਟੇ ਬੱਚੇ ਨੂੰ ਪੜ੍ਹਾਉਣਾ, ਕੁਝ ਵੀ ABC ਲਗਾ ਲਓ ਜਾਂ ਕੁਝ ਵੀ ਐਪਲ ਵਗੈਰਾ, ਕੁਝ ਵੀ ਆਪਾਂ ਨੂੰ ਬੱਚਿਆਂ ਨੂੰ ਸਿਖਾਉਣਾ, ਆਪਾਂ ਉਹਨਾਂ ਨੂੰ ਵੀਡੀਓਜ਼ ਦੇ ਨਾਲ ਦਿਖਾ ਸਕਦੇ ਹਾਂ। ਚਾਰਟਸ ਆ, ਜਿਵੇਂ ਆਪਾਂ ਦੇਖਿਆ ਹੈਗਾ ਆਪਣੇ B.Ed 'ਚ ਆਪਾਂ ਆਡੀਓ ਵੀਡੀਓ ਟੀਚਿੰਗ ਏਡ ਯੂਜ਼ ਕਰਦੇ ਸੀ। ਕਿਉਂ? ਤਾਂ ਕਿ ਆਪਾਂ ਬੱਚੇ ਨੂੰ ਵਧੀਆ ਵੇ ਨਾਲ ਸਿਖਾ ਸਕੀਏ। ਇਸ ਲਈ ਕਿ ਬੱਚੇ ਨੂੰ ਹਰ ਕੋਈ ਇੱਕੋ ਹੀ ਮੈਥਡ ਨਾਲ ਨਹੀਂ ਸਿੱਖ ਸਕਦਾ, ਹਰ ਕਿਸੇ ਦਾ ਸਿੱਖਣ ਦਾ ਮੈਥਡ ਅਲੱਗ ਹੈ। ਸ਼ਾਇਦ ਮੈਂ ਤੁਹਾਨੂੰ ਸੁਣ ਰਹੀ ਹਾਂ, ਮੈਂ ਉੱਦਾਂ ਹੀ ਸਿੱਖ ਲਾਂ, ਕਿਸੇ ਨੂੰ ਵੀਡੀਓਜ਼ ਦੇ ਨਾਲ, ਕਿਸੇ ਨੂੰ ਕੁਛ ਦੇਖ ਕੇ। ਅਕੋਰਡਿੰਗ ਟੂ ਦਿਸ ਥਿਓਰੀ ਪੀਪਲ ਹੈਵ ਮੈਨੀ ਡਿਫਰੈਂਟ ਵੇ ਆਫ ਲਰਨਿੰਗ। ਇਹਨਾਂ ਦੇ ਥਿਓਰੀ ਅਕੋਰਡਿੰਗ ਇਹ ਸੀ ਕਿ ਪੀਪਲ ਹੈਵ ਮੈਨੀ ਡਿਫਰੈਂਟ ਵੇਜ਼ ਆਫ ਲਰਨਿੰਗ। ਗਾਰਡਨਰ ਸੀ ਜੋ ਕਿ ਬਿਲੀਵ ਕਰਦੇ ਸੀ ਪੀਪਲ ਹੈਵ ਡਿਫਰੈਂਟ ਵੇ ਆਫ ਥਿੰਕਿੰਗ ਐਂਡ ਲਰਨਿੰਗ। ਗਾਰਡਨਰ ਜ਼ਿਆਦਾ ਦੇ ਪਰਸਨ ਸੀ, ਉਹ ਬਿਲੀਵ ਕਰਦੇ ਸੀ ਹਰ ਪੀਪਲ ਕੋਲ ਡਿਫਰੈਂਟ ਵੇ ਆ ਥਿੰਕਿੰਗ ਦਾ, ਸੋਚਣ ਦਾ ਔਰ ਲਰਨ ਕਰਨ ਦਾ। ਹਰ ਕੋਈ ਇੱਕੋ ਹੀ ਮੈਥਡ ਨਾਲ ਨਹੀਂ ਸਿੱਖ ਸਕਦਾ, ਹਰ ਕਿਸੇ ਦੇ ਮੈਥਡ ਅਲੱਗ ਹੈ, ਡਿਫਰੈਂਟ ਵੇ ਆ। ਕਿਸੇ ਨੂੰ ਦੇਖ ਕੇ, ਕਿਸੇ ਨੂੰ ਸੁਣ ਕੇ, ਹਰ ਕਿਸੇ ਦਾ ਡਿਫਰੈਂਟ ਵੇ ਆ। ਟਾਈਪਸ ਆਫ ਇੰਟੈਲੀਜੈਂਸ, ਇਹਨਾਂ ਨੇ ਕਿੰਨੇ ਟਾਈਪ ਦੀ ਇੰਟੈਲੀਜੈਂਸ ਦਿੱਤੀ ਸੀ? 8 ਟਾਈਪਸ ਆਫ ਇੰਟੈਲੀਜੈਂਸ। ਇਹਨੂੰ ਆਪਾਂ ਕੀ ਕਰਕੇ ਪੜ੍ਹਾਂਗੇ। ਫਸਟ ਹੈਗਾ ਵਿਜ਼ੂਅਲ ਸਪੇਸ਼ਲ, ਮਤਲਬ ਕੁਛ ਦੇਖ ਕੇ, ਜਿਵੇਂ ਕਿ ਆਪਣੀ ਵੀਡੀਓਜ਼ ਹੋ ਗਈ, ਸੁਣ ਕੇ। ਲਿੰਗੁਇਸਟਿਕ ਮਤਲਬ ਕੁਝ ਬੋਲ ਕੇ। ਇੰਟਰਪਰਸਨਲ ਦੋ ਕੇ ਵਿੱਚ, ਮਤਲਬ ਮੈਂ ਹੁਣ ਆਪਾਂ ਦੋਨੋਂ ਗੱਲ ਕਰ ਰਹੇ ਹਾਂ, ਇੱਕ ਮੇਰੇ ਸਾਹਮਣੇ ਤਾਂ ਉਹ ਹੋ ਗਿਆ। ਇੰਟਰਪਰਸਨਲ ਖੁਦ ਲਈ, ਜਿਵੇਂ ਬੁੱਧ। ਲੌਜੀਕਲ ਮੈਥਮੈਟੀਕਲ, ਜਿਹਨੂੰ ਮੈਥਸ ਦਾ ਬਹੁਤ ਜ਼ਿਆਦਾ ਨੌਲੇਜ ਹੋਵੇ। ਮਿਊਜ਼ੀਕਲ, ਜਿਵੇਂ ਅਰੀਜੀਤ ਹੋ ਗਏ, ਕਿਉਂਕਿ ਉਹਨਾਂ ਨੂੰ ਕਿਹਾ ਜਾਂਦਾ ਹੀ ਇਜ਼ ਬੈਸਟ ਇਨ ਸਿੰਗਰ, ਉਹਨਾਂ ਦੇ ਲਿਰਿਕਸ ਟਿਊਨਿਕ ਕਰਕੇ। ਬੋਡੀ ਕਾਂਸੈਪਟ ਜੀ, ਇਹਦੇ ਵਿੱਚ ਆਪਣੇ ਆ ਜਾਂਦੇ ਸਪੋਰਟਸ ਪਰਸਨ ਹੋ ਗਏ, ਡਾਂਸਰਸ ਹੋ ਗਏ। ਨੈਚੁਰਲ 'ਚ ਆ ਜਾਂਦਾ ਆਪਣਾ ਨੈਕਸਟ ਹੈਗਾ ਨੈਚੁਰਲ, ਉਹਦੇ 'ਚ ਆਪਣੇ ਗਾਰਡਨਰ ਹੋ ਗਏ, ਜਿਹਨੂੰ ਗਾਰਡਨ ਦੀ ਬਹੁਤ ਜ਼ਿਆਦਾ ਨੌਲੇਜ ਹੋਵੇ। ਫਸਟ ਆ ਗਿਆ ਆਪਣਾ ਲਿੰਗੁਇਸਟਿਕ ਇੰਟੈਲੀਜੈਂਸ। ਇਹਦੇ ਵਿੱਚ ਕੀ ਹੁੰਦਾ ਕਿ ਜੋ ਉਹ ਵਾਲੇ ਪਰਸਨ ਆਉਂਦੇ ਹੈ ਜੋ ਸਕਿੱਲ ਮਤਲਬ ਯੂਜ਼ ਆਫ ਜੋ ਆਪਣੀ ਲੈਂਗੁਏਜ ਹੈ, ਆਪਣੀ ਹਿੰਦੀ ਹੋ ਗਈ, ਇੰਗਲਿਸ਼, ਉਹਦਾ ਬਹੁਤ ਚੰਗੀ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਮਤਲਬ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਕਹਿ ਸਕਦੇ ਹਾਂ ਵਰਡ ਸਮਾਰਟ ਪਰਸਨ ਹਾਈ ਔਨ ਦਿਸ ਇੰਟੈਲੀਜੈਂਸ ਆਰ ਵਰਡ ਸਮਾਰਟ। ਜਿਵੇਂ ਆਪਣੀ ਰੀਡਿੰਗ ਹੋ ਗਈ, ਹੇਅਰਿੰਗ ਹੋ ਗਈ, ਸਪੀਕਿੰਗ, ਰਾਈਟਿੰਗ, ਡਿਬੇਟਿੰਗ ਵਾਲੇ ਡਿਬੇਟ ਕਰਦੇ ਆ। ਉਹਦੇ ਵਿੱਚ ਕੀ ਹੁੰਦਾ ਬੱਚੇ ਨੇ ਬੋਲਣਾ ਹੀ ਹੁੰਦਾ, ਇੱਕ ਪੋਜ਼ੀਟਿਵ ਅਤੇ ਇੱਕ ਨੈਗੇਟਿਵ। ਉਹਨਾਂ ਨੂੰ ਕਿਉਂ ਬੋਲ ਸਕਦੇ ਆ? ਕਿਉਂਕਿ ਉਹਨਾਂ ਨੂੰ ਲੈਂਗੁਏਜ ਬਹੁਤ ਚੰਗੀ ਤਰ੍ਹਾਂ ਆਉਂਦੇ ਨੇ। ਇਹਦੇ ਵਿੱਚ ਇਗਜ਼ਾਮਪਲ ਹੋ ਗਏ ਆਪਣੇ ਪੋਇਟਸ ਹੋ ਗਏ, ਰਾਈਟਰਸ ਹੋ ਗਏ। ਅਗਲਾ ਆਪਣਾ ਪੁਆਇੰਟ ਹੈਗਾ ਲੌਜੀਕਲ ਮੈਥਮੈਟੀਕਲ। ਇਹਦੇ ਵਿੱਚ ਕੀ ਹੁੰਦਾ ਕਿ ਉਹ ਵਾਲੇ ਪਰਸਨ ਜੋ ਸਾਇੰਟੀਫਿਕ ਥਿੰਕਿੰਗ ਔਰ ਪ੍ਰੋਬਲਮ ਸੋਲਵਿੰਗ ਪੂਰੀ ਤਰ੍ਹਾਂ ਆਪਣਾ ਪਰਫੈਕਟ ਨੇ। ਜੋ person high on this type of intelligence can think logically and critically, ਜੋ ਲੌਜਿਕ ਵੀ ਲਗਾ ਸਕਣ ਔਰ ਕ੍ਰਿਟੀਕਲੀ ਵੀ ਸੋਚ ਸਕਣ। ਜਿਵੇਂ ਇਗਜ਼ਾਮਪਲ ਹੋ ਗਏ ਇਹਦੇ ਵਿੱਚ ਆਪਣੇ ਐਲਬਰਟ ਆਈਨਸਟਾਈਨ, APJ ਹੋ ਗਏ, APJ ਅਬਦੁਲ ਕਲਾਮ। ਅਗਲਾ ਆਪਣਾ ਪੁਆਇੰਟ ਹੈਗਾ ਸਪੀਸ਼ੀਅਲ ਇੰਟੈਲੀਜੈਂਸ। ਇਹਦੇ ਵਿੱਚ ਕੀ ਹੁੰਦਾ ਸਕਿੱਲਸ ਇਨ ਫਾਰਮਿੰਗ ਵਿਜ਼ੂਅਲ ਇਮੇਜ ਐਂਡ ਪੈਟਰਨ। ਇਹਦੇ ਵਿੱਚ ਆਪਣੇ ਹੋ ਗਏ ਇੰਟੀਰੀਅਰ ਡਿਜ਼ਾਈਨਰ ਹੋ ਗਏ, ਆਪਣੇ ਕਾਰਟੋਗ੍ਰਾਫਰ ਹੋ ਗਏ, ਸਕਲਪਚਰ ਹੋ ਗਏ, ਪਾਇਲਟਸ ਹੋ ਗਏ। ਕਿਉਂਕਿ ਪਾਇਲਟਸ ਹੁਣ ਉੱਪਰ ਪਾਇਲਟ ਉਡਾ ਰਹੇ ਆ ਤਾਂ ਉਹਨਾਂ ਨੂੰ ਵੀ ਦਿਸ਼ਾ ਦਾ ਗਿਆਨ ਹੈਗਾ, ਮਤਲਬ ਡਾਇਰੈਕਸ਼ਨ ਦਾ ਗਿਆਨ ਹੈਗਾ, ਤਾਂ ਹੀ ਉਹ ਚਲਾ ਪਾ ਰਹੇ ਆ। ਇਹਦੇ ਵਿੱਚ ਇਹੀ ਆ ਜਾਂਦੇ। ਅਗਲਾ ਆਪਣਾ ਹੈਗਾ ਪੁਆਇੰਟ ਮਿਊਜ਼ੀਕਲ ਇੰਟੈਲੀਜੈਂਸ। ਇਹਦੇ ਵਿੱਚ ਕੀ ਹੁੰਦਾ ਸੈਂਸਿਟਿਵ ਟੂ ਮਿਊਜ਼ੀਕਲ ਰਿਦਮ ਐਂਡ ਪੈਟਰਨ, ਕਿ ਕਿਵੇਂ ਕਿਸੇ ਸਾਊਂਡ ਨੂੰ ਪ੍ਰੋਡਿਊਸ ਕਰਨਾ, ਕ੍ਰੀਏਟ ਕਰਨਾ, ਮੈਨੀਪੂਲੇਟ ਕਰਨਾ ਇਨ ਮਿਊਜ਼ਿਕ ਪੈਟਰਨ। ਉਹਨਾਂ ਨੂੰ ਬੁਰੀ ਤਰ੍ਹਾਂ ਨੌਲੇਜ ਹੁੰਦੀ ਹੈ। ਜਿਵੇਂ ਆਪਣੇ ਇਗਜ਼ਾਮਪਲ ਹੋ ਗਏ AR ਰਹਿਮਾਨ, ਸੋਨੂ ਨਿਗਮ, ਲਤਾ ਮੰਗੇਸ਼ਕਰ ਹੋ ਗਏ ਆਪਣੇ। ਅਗਲਾ ਆਪਣਾ ਪੁਆਇੰਟ ਹੈਗਾ ਬੋਡੀਲੀ ਕਾਈਨਸੈਟਿੰਗ, ਜੋ ਕਿ ਆਪਣੀ ਬੋਡੀ ਨੂੰ ਚੰਗੀ ਤਰ੍ਹਾਂ ਫਲੈਕਸੀਬਲੀ ਯੂਜ਼ ਕਰ ਪਾਉਂਦੇ, ਯੂਜ਼ਿੰਗ ਹੋਲ ਔਰ ਪੋਰਸ਼ਨ ਆਫ ਬੋਡੀ ਫਲੈਕਸੀਬਲੀ ਐਂਡ ਕ੍ਰੀਏਟਿਵਿਟੀ। ਇਹਦੇ ਵਿੱਚ ਆਪਣੇ ਆ ਜਾਂਦੇ ਡਾਂਸਰਸ ਹੋ ਗਏ, ਸਪੋਰਟਸ ਪਰਸਨ ਹੋ ਗਏ, ਜਿਮਨਾਸਟ ਹੋ ਗਏ। ਅਗਲਾ ਆਪਣਾ ਪੁਆਇੰਟ ਹੈਗਾ ਇੰਟਰਾਪਰਸਨਲ ਇੰਟੈਲੀਜੈਂਸ। ਇਹਦੇ ਵਿੱਚ ਕੀ ਹੁੰਦਾ सेंसिटिव टू सब्टल एस्पेक्ट ऑफ अदर बिहेवियर, मतलब कि दूसरों का व्यवहार और उसकी भावनाओं को समझना। ਉਹਨਾਂ ਨੂੰ ਆਪਣੀ ਸਿਚੁਏਸ਼ਨ ਰੱਖ ਕੇ ਕਿ ਉਹ ਕੀ ਸਮਝਦੇ, ਕੀ ਫੀਲ ਕਰ ਰਹੇ ਆ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਕੇ। ਇਹਦੇ ਵਿੱਚ ਆਪਣੀ ਇਗਜ਼ਾਮਪਲ ਆ ਗਏ ਮਹਾਤਮਾ ਗਾਂਧੀ ਆ ਗਈ, ਮਹਾਤਮਾ ਗਾਂਧੀ ਜੀ ਆ ਗਏ, ਮਦਰ ਟੈਰੇਸਾ ਜੀ ਆ ਗਈ, ਬਹੁਤ ਸਾਰੇ ਆਪਣੇ ਆ ਗਏ ਰਿਲੀਜੀਅਸ ਲੀਡਰਸ ਆ ਗਏ, ਆਪਣੇ ਸਾਈਕੋਲੋਜਿਸਟ ਆ ਗਏ, ਕਾਉਂਸਲਰ ਆ ਗਏ। ਆਪਣਾ ਨੈਕਸਟ ਪੁਆਇੰਟ ਹੈਗਾ ਇੰਟਰਾਪਰਸਨਲ ਇੰਟੈਲੀਜੈਂਸ, ਜੋ ਇਹਦੇ ਵਿੱਚ ਕੀ ਹੁੰਦਾ ਕਿ ਆਪਣੀ ਹੀ ਫੀਲਿੰਗਸ ਨੂੰ ਜੋ ਸਮਝ ਸਕਦੇ ਆ। ਅਵੇਅਰਨੈਸ ਆਫ ਵਨਸ ਔਨ ਫੀਲਿੰਗ, ਮੋਟਿਵ ਐਂਡ ਡਿਜ਼ਾਇਰ, ਜੋ ਆਪਣੇ ਹੀ ਮਤਲਬ ਫੀਲਿੰਗ, ਆਪਣੇ ਮੀਨਿੰਗ ਆਫ ਲਾਈਫ, ਆਪਣੀ ਲਾਈਫ ਦਾ ਮਤਲਬ ਹੈ, ਮਤਲਬ ਕੀ ਹੈ, ਮਤਲਬ ਲਾਈਫ ਦਾ ਆਪਣੇ ਜੀਵਨ ਦਾ ਆਪਾਂ ਕੀ ਕਰਨਾ ਚਾਹੁੰਦੇ ਉਹ ਉਹਨੂੰ ਸਮਝ ਚੁੱਕੇ ਆ।
Person high on this ability have finer sensibility regarding their identity, human existing and meaning of life। ਇਹਦੇ ਐਗਜ਼ਾਮਪਲ ਆ ਗਏ ਜਿਵੇਂ ਆਪਾਂ ਕਹਿੰਦੇ ਹਾਂ ਸੰਦੀਪ ਮਹੇਸ਼ਵਰੀ ਕਿ ਉਹਨੂੰ ਬਹੁਤ ਜ਼ਿਆਦਾ ਗਿਆਨ ਆ, ਉਹ ਸਮਝ ਚੁੱਕਿਆ ਕਿ ਉਹਨੂੰ ਉਹਦੀ ਲਾਈਫ 'ਚ ਕੀ ਕਰਨਾ ਹੈ। ਐਰਿਸਟੋਟਲ ਹੋ ਗਏ, ਆਪਣੇ ਸਤਿਗੁਰੂ ਹੋ ਗਏ, ਬੁੱਧਾ। ਨੈਕਸਟ ਹੈਗਾ ਆਪਣਾ ਨੈਚੁਰਲਿਸਟਿਕ ਇੰਟੈਲੀਜੈਂਸ, ਮਤਲਬ ਜਿਹਨੂੰ ਪ੍ਰਾਕ੍ਰਿਤਿਕ ਬੁੱਧੀ ਦਾ ਗਿਆਨ ਹੋਵੇ, ਜਿਹ 'ਚ ਆਪਣੇ ਆ ਗਏ ਗਾਰਡਨਰ ਹੋ ਗਏ, ਮਤਲਬ ਉਹਨਾਂ ਨੂੰ ਨੇਚਰ ਦਾ ਬਾਰੇ ਪਤਾ, ਨੇਚਰ ਦਾ ਪੂਰਾ ਗਿਆਨ ਹੈ ਕਿ ਹਾਂ ਕਿਹੜੀ ਕਿਸ ਫੁੱਲ ਨੂੰ ਕਦੋਂ ਉਗਾਇਆ ਜਾਂਦਾ ਹੈ, ਕਦੋਂ ਉਹਨੂੰ ਪਾਣੀ ਦੇਣਾ ਹੈ, ਕਦੋਂ ਉਹਨੂੰ ਕੁਝ ਸੀਡਸ ਦੇਣੇ ਆ, ਕਦੋਂ ਉਹਨੂੰ ਕੋਈ ਪ੍ਰੋਟੈਕਸ਼ਨ ਕੋਈ ਮੈਡੀਸਿਨ ਦੇਣੀ ਹੈ। ਸੈਂਸਿਟਿਵ ਫੀਚਰ ਆਫ ਨੈਚੁਰਲ ਵਰਲਡ ਜਿਵੇਂ ਐਗਜ਼ਾਮਪਲ ਹੋ ਗਏ ਹੰਟਰ, ਫਾਰਮਰਸ, ਗਾਰਡਨਰ। ਨੈਕਸਟ ਆਪਣਾ ਹੈਗਾ, ਨੈਕਸਟ ਆਪਣੀ ਥਿਓਰੀ ਆ ਜਾਂਦੀ ਗਰੁੱਪ ਫੈਕਟਰ ਥਿਓਰੀ ਆਫ ਇੰਟੈਲੀਜੈਂਸ। ਇਹ ਥਿਓਰੀ ਕਿਹਨੇ ਦਿੱਤੀ ਸੀ? ਲੂਇਸ ਐਲ ਥਰਸਟਨ ਨੇ। ਇਹ ਵੀ ਕੁਐਸਚਨ ਆ ਸਕਦਾ ਕਿ ਗਰੁੱਪ ਫੈਕਟਰ ਥਿਓਰੀ ਕਿਹਨੇ ਦਿੱਤੀ ਸੀ? ਕਿਹਨੇ ਦਿੱਤੀ? ਲੂਇਸ ਐਲ ਥਰਸਟਨ ਨੇ। ਇਹਦੇ ਵਿੱਚ ਕੀ ਸੀ? Instead of viewing intelligence as a single general ability, Thurston theory focus on 7 different primary mental abilities। ਇਹਨੇ ਕੀ ਦਿੱਤਾ ਸੀ? ਇਹਨੇ 7 ਤਰ੍ਹਾਂ ਦੀ ਪ੍ਰਾਇਮਰੀ ਮੈਂਟਲ ਐਬਿਲਿਟੀਜ਼ ਬਾਰੇ ਦੱਸਿਆ ਸੀ ਕਿ ਐਬਿਲਿਟੀ ਇੱਕ ਤਰ੍ਹਾਂ ਦੀ ਨਹੀਂ ਹੁੰਦੀ। ਇਹਨੇ 7 ਪ੍ਰਾਇਮਰੀ ਮੈਂਟਲ ਐਬਿਲਿਟੀ ਬਾਰੇ ਦੱਸਿਆ ਸੀ। ਥਰਸਟਨ extended Spearman 2 factor theory and multi factor theory। ਥਰਸਟਨ ਨੇ extend ਕਰਤੀ ਸੀ Spearman 2 factor ਤੇ multi factor। certain mental operation have in common a primary factor। ਇਹਦੇ ਬਾਰੇ ਆਪਣੇ ਅੱਗੇ ਆਪਣੀ ਥਿਓਰੀ ਪੜ੍ਹਦੇ ਨੇ ਕਿਹੜੀ ਕਿਹੜੀ ਇਹਨੇ 7 ਤਰ੍ਹਾਂ ਦੀ ਦਿੱਤੀ ਸੀ ਮੈਂਟਲ ਐਬਿਲਿਟੀ। ਫਸਟ ਐਸ ਤੋਂ ਸਪੇਸ਼ੀਅਲ ਐਬਿਲਿਟੀ, ਪੀ ਤੋਂ perceptual ability, N numerical, V ਤੋਂ verbal comprehension, W word fluency, M ਤੋਂ memory, R ਤੋਂ reasoning। ਇਹਦੇ ਵਿੱਚ ਕੀ ਹੁੰਦਾ? ਫਸਟ ਹੈਗੀ ਆਪਣੀ ਸਪੇਸ਼ੀਅਲ ਐਬਿਲਿਟੀ। ਸਪੇਸ਼ੀਅਲ ਐਬਿਲਿਟੀ ਮਤਲਬ ਜਿਹਨੂੰ ਡਾਇਰੈਕਸ਼ਨ ਦਾ ਬਹੁਤ ਚੰਗੀ ਤਰ੍ਹਾਂ ਗਿਆਨ ਹੋਵੇ, ਉਹਨੂੰ ਪਤਾ ਕਿ ਹਾਂ ਇਹ ਡਾਇਰੈਕਸ਼ਨ ਕਿੱਥੇ ਜਾ ਰਹੀ ਹੈ। ਏਬਲ ਟੂ ਪਰਸੀਵ ਸਪੇਸ਼ੀਅਲ ਰਿਲੇਸ਼ਨ। ਅਗਲਾ ਆਪਣਾ ਪੁਆਇੰਟ ਹੈਗਾ ਪਰਸੈਪਚੁਅਲ एबिलिटी, मतलब एबिलिटी टू ग्रैस्प विजुअल फील्ड। एंड फॉर मतलब न्यूमैरिकल एबिलिटी टू डील विद नंबर, जो अपने मैथमेटिक ਦੇ ਨੰਬਰ ਹੋਵੇ। ਕਈਆਂ ਤੋਂ ਆਪਾਂ ਕੈਲਕੂਲੇਸ਼ਨ ਵਿੱਚ ਉਹਨੂੰ ਕੈਲਕੂਲੇਟਰ ਦੀ ਲੋੜ ਪੈਂਦੀ ਹੈ। ਕਈਆਂ ਨੂੰ ਆਪਾਂ ਕੈਲਕੂਲੇਸ਼ਨ ਵਿੱਚ ਕਿ 56 ਮਲਟੀਪਲਾਈ 56 ਕਹਿੰਦੇ, ਉਹਨਾਂ ਨੇ 1 ਸੈਕਿੰਡ ਦੱਸ ਦੇਣਾ ਕਿ ਇਹਦਾ ਆਨਸਰ ਇਹ ਹੋਏਗਾ ਕਿ ਮਤਲਬ ਉਹਨਾਂ ਨੂੰ ਨਿਊਮੈਰੀਕਲ ਐਬਿਲਿਟੀ ਬਹੁਤ ਚੰਗੀ ਤਰ੍ਹਾਂ ਉਹਨਾਂ ਨੂੰ ਨੌਲੇਜ ਹੋ ਚੁੱਕੀ ਹੈ ਕਿ ਉਹਨਾਂ ਨੂੰ ਕੈਲਕੂਲੇਟਰ ਦੀ ਲੋੜ ਨਹੀਂ ਪੈਂਦੀ, ਖੁਦ ਹੀ ਕੈਲਕੂਲੇਟਰ ਬਣ ਚੁੱਕੇ ਹੈ। ਵਰਬਲ ਕੰਪਰੀਹੈਂਸ਼ਨ ਮਤਲਬ ਐਬਿਲਿਟੀ ਟੂ ਅੰਡਰਸਟੈਂਡ ਮੀਨਿੰਗ ਆਫ ਵਰਡਸ, ਮਤਲਬ ਜਿਹਨਾਂ ਨੂੰ ਲੈਂਗੁਏਜ ਦਾ ਪੂਰੀ ਤਰ੍ਹਾਂ ਗਿਆਨ ਹੋ ਜਾਂਦਾ, ਮਤਲਬ ਉਹਨਾਂ ਨੂੰ ਸਮਝ, ਅਗਰ ਕੋਈ ਕੁਛ ਉਹਨਾਂ ਨੂੰ ਕਹਿ ਰਿਹਾ, ਉਹਨਾਂ ਨੂੰ ਸੁਣਦਾ ਹਲਕਾ ਜਿਹਾ ਤਾਂ ਉਹਨੂੰ ਸਮਝ ਆ ਜਾਂਦੀ ਕਿ ਉਹ ਕਹਿਣਾ ਕੀ ਚਾਹੁੰਦਾ, ਮੀਨਿੰਗਸ ਕੀ ਆ ਉਹਨਾਂ ਦੇ ਵਰਡਸ ਦਾ। ਹੁਣ ਕੋਈ ਕਿਸੇ ਨੂੰ ਇੰਗਲਿਸ਼ ਨਹੀਂ ਆਉਂਦੀ ਹੋਏਗੀ, ਉਹਦੇ ਉਸ ਪਰਸਨ ਨਾਲ ਇੰਗਲਿਸ਼ 'ਚ ਗੱਲ ਕਰ ਰਿਹਾ, ਉਹਨੂੰ ਨਹੀਂ ਸਮਝ ਆ ਰਹੀ ਹੋਏਗੀ ਕਿ ਉਹ ਕਿਉਂ ਬੋਲ ਰਿਹਾ। ਅਗਰ ਉਹਨੇ ਉਹੀ ਪਰਸਨ ਨੂੰ ਹਿੰਦੀ 'ਚ ਉਹਦੇ ਨਾਲ ਗੱਲ ਕਰੀ, ਉਹਨੂੰ ਬਿਲਕੁਲ 1 ਸੈਕਿੰਡ ਨਹੀਂ ਲਾਏਗਾ ਉਹ ਸਮਝਣ। ਵਰਡ ਫਲੂਐਂਸੀ, ਐਬਿਲਿਟੀ ਟੂ ਥਿੰਕ ਐਂਡ ਯੂਜ਼ ਵਰਡਸ ਰੈਪਿਡਲੀ। ਵਰਡ ਦਾ ਕਿਵੇਂ ਯੂਜ਼ ਕਰਨਾ। ਹੁਣ ਹਰ ਸਿਚੁਏਸ਼ਨ ਹਰ ਵਰਡ ਨਹੀਂ ਬੋਲਿਆ ਜਾ ਸਕਦਾ, ਅਕੋਰਡਿੰਗ ਟੂ ਸਿਚੁਏਸ਼ਨ ਹੀ ਆਪਾਂ ਵਰਡਸ ਨੂੰ ਬੋਲ ਸਕਦੇ ਹਾਂ। ਉਹਨੂੰ ਪੂਰੀ ਤਰ੍ਹਾਂ ਪਤਾ ਲੱਗ ਜਾਂਦਾ ਕਿਸ ਟਾਈਮ ਕੀ ਵਰਡ ਬੋਲਣਾ। ਮੈਮਰੀ, ਐਮ ਫॉर ਮੈਮਰੀ ਮਤਲਬ ਐਬਿਲਿਟੀ ਟੂ ਰਿਮੈਂਬਰ। ਆਪਾਂ ਕਹਿੰਦੇ ਹਾਂ ਯਾਰ ਇਹਨੂੰ ਬਹੁਤ ਇਹਦੀ ਵਧੀਆ ਸ਼ਾਰਪ ਮੈਮਰੀ ਆ ਕਿ ਇਹਨੂੰ ਇੰਨਾ ਪੁਰਾਣਾ ਵੀ ਯਾਦ ਹੈ, ਕਿਉਂਕਿ ਉਹ ਮੈਮਰੀ ਦੇ ਕਾਰਨ, ਕਿ ਉਹਦੀ ਮੈਮਰੀ ਲਰਨ ਕਰਨ ਦੀ ਗ੍ਰੈਸਪ ਬਹੁਤ ਵਧੀਆ। ਰੀਜ਼ਨਿੰਗ, ਐਬਿਲਿਟੀ ਟੂ ਥਿੰਕ ਲੌਜਿਕਲੀ, ਮਤਲਬ ਇੱਕ ਪੁਆਇੰਟ ਨੂੰ ਇੱਕੋ ਹੀ ਵੇ ਨਾਲ ਨਹੀਂ ਸੋਚਣਾ, ਨਹੀਂ ਉਹਦੇ 10 ਵੇ ਨਾਲ ਉਹਨੂੰ ਸੋਚਣਾ, ਉਹਨੂੰ ਆਪਾਂ ਰੀਜ਼ਨਿੰਗ ਕਹਿ ਲੈਂਦੇ ਕਿ ਉਹ ਲੌਜਿਕਲੀ ਵੀ ਥਿੰਕ ਕਰ ਰਿਹਾ, ਸਿਰਫ ਇੱਕੋ ਹੀ ਵੇ ਨਾਲ ਨਹੀਂ ਚੱਲ ਰਿਹਾ। ਇਹੀ ਨਹੀਂ ਲੂਇਸ ਥਰਸਟਨ ਨੇ 7 ਪ੍ਰਾਇਮਰੀ ਮੈਂਟਲ ਐਬਿਲਿਟੀ ਦੇ ਸੀ, SPNVWMR। ਇਹ ਆਪਣੀ ਸ਼ੋਰਟ ਵਿੱਚ ਲਿਖ ਲਿਓ। 7 primary mental ability: verbal comprehension, reasoning, perceptual speed, numerical ability N, word fluency W, association memory M, spatial visualization S। अगली अपनी थ्योरी हैगी स्टर्नबर्ग दी, जिन्हें अपनी देती सी थ्योरी काली थ्योरी देती सी ट्राई-एरिक थ्योरी। इस इन्हें 3 तरह की थ्योरी देती सी। प्रैक्टिकल, PCA मतलब प्रैक्टिकल, क्रिएटिव, एनालिटिक इंटैलिजेंस। एनालिटिक इंटैलिजेंस की होंदा कि अकैडमिक प्रॉब्लम सॉल्विंग एंड कंपटीशन, क्रिएटिव, इमेजिनेटिव एंड इनोवेटिव। क्रिएटिव सोचना है, एक कोई भी
ਇੱਕ ਕੇਸ ਦੇ ਇੱਕੋ ਵੇ ਨਾਲ ਨਹੀਂ ਸੋਚਣਾ, ਨਹੀਂ ਉਹਨੂੰ ਕ੍ਰੀਏਟਿਵ ਅਲੱਗ-ਅਲੱਗ ਵੇ ਨਾਲ ਪ੍ਰੋਡਿਊਸ ਕਰਨਾ, ਅਲੱਗ-ਅਲੱਗ ਵੇ ਨੇ ਆਈਡੀਆਜ਼ ਦੇਣੇ, ਇਨੋਵੇਟਿਵ ਨਏ ਆਈਡੀਆਜ਼ ਲੈ ਕੇ ਆਉਣੇ, ਮਤਲਬ ਇੱਕੋ ਹੀ ਪ੍ਰੋਬਲਮ ਸੋਲਵ ਦੇ। ਨੈਕਸਟ ਆਪਣਾ ਪ੍ਰੈਕਟੀਕਲ, ਜੋ ਸਟਰੀਟ ਸਮਾਰਟ ਐਂਡ ਕਾਮਨ ਸੈਂਸ ਯੂਜ਼ ਕਰਨਾ। ਇਹਦੇ ਵਿੱਚ ਇਹਨੇ ਥਿਓਰੀ 'ਚ ਕੀ ਦਿੱਤਾ ਸੀ ਕਿ ਹਿਸ ਥਿਓਰੀ ਅਟੈਂਪਟਸ ਟੂ ਅੰਡਰਸਟੈਂਡ ਦ ਹਿਊਮਨ ਇੰਟੈਲੀਜੈਂਸ ਇਨ ਟਰਮਸ ਆਫ ਡਿਸਟਿੰਕਟ ਕੰਪੋਨੈਂਟਸ ਰੈਦਰ ਦੈਨ ਏ ਸਿੰਗਲ ਐਬਿਲਿਟੀ। ਉਹਨੇ ਸਿਰਫ ਇੱਕੋ ਹੀ ਸਿੰਗਲ ਐਬਿਲਿਟੀ ਨਹੀਂ ਦਿੱਤੀ, ਉਹਨੇ ਰੈਦਰ ਕੀਤਾ ਕਿ ਹਿਊਮਨ ਇੰਟੈਲੀਜੈਂਸ ਇਨ ਟਰਮਸ ਆਫ ਡਿਸਟਿੰਕਟ ਕੰਪੋਨੈਂਟ ਰੈਦਰ ਦੈਨ ਏ ਸਿੰਗਲ। ਫਸਟ ਪ੍ਰੈਕਟੀਕਲ ਇੰਟੈਲੀਜੈਂਸ, ਜਿਹਨੂੰ ਆਪਾਂ ਕੰਟੈਕਸਚੁਅਲ ਇੰਟੈਲੀਜੈਂਸ ਵੀ ਕਹਿ ਦਿੰਦੇ ਹਾਂ। ਸੈਕਿੰਡ, ਜਿਹਨੂੰ ਆਪਾਂ ਕ੍ਰੀਏਟਿਵ ਇੰਟੈਲੀਜੈਂਸ, ਜਿਹਨੂੰ ਆਪਾਂ ਐਕਸਪੀਰੀਐਂਸ਼ੀਅਲ ਇੰਟੈਲੀਜੈਂਸ। ਕ੍ਰੀਏਟਿਵ ਐਕਸਪੀਰੀਅੰਸ ਤੋਂ ਵੀ ਆਪਾਂ ਬਹੁਤ ਕੁਛ ਆਪਣੀ ਲਾਈਫ, ਆਪਾਂ ਸਿਰਫ ਬੁੱਕਸ ਤੋਂ ਨਹੀਂ, ਆਪਾਂ ਨੂੰ ਲਾਈਫ 'ਚ ਬਹੁਤ ਸਾਰੇ ਐਕਸਪੀਰੀਅੰਸ ਹੁੰਦੇ ਜੋ ਆਪਣੀ ਕ੍ਰੀਏਟਿਵਿਟੀ 'ਚ ਜੁੜ ਜਾਂਦੇ ਕਿ ਹਾਂ ਕਿ ਅਗਰ ਉਹੀ ਸਿਚੁਏਸ਼ਨ ਦੁਬਾਰਾ ਆ ਜਾਂਦੀ ਕਿ ਆਪਾਂ ਇਹ ਵੀ ਯੂਜ਼ ਕਰ ਸਕਦੇ ਹਾਂ ਇਹਨੂੰ ਸੋਲਵ ਕਰਨ ਲਈ। ਥਰਡ ਐਨਾਲਿਟਿਕ ਇੰਟੈਲੀਜੈਂਸ, ਜਿਹਨੂੰ ਆਪਾਂ ਕੰਪੋਨੈਂਸ਼ੀਅਲ ਇੰਟੈਲੀਜੈਂਸ ਵੀ ਕਹਿੰਦੇ ਹਾਂ। ਐਨਾਲਿਟਿਕ ਨੂੰ ਐਨਾਲਾਈਜ਼, ਕ੍ਰਿਟਿਕ, ਜੱਜ, ਕੰਪੇਅਰ ਕਰਦੇ ਹਾਂ ਆਪਾਂ, ਐਵੈਲੂਏਟ ਕਰਦੇ ਹਾਂ, ਅਸੈਸ ਕਰਦੇ ਹਾਂ। ਕ੍ਰੀਏਟਿਵ 'ਚ ਕੀ ਹੁੰਦਾ, ਕ੍ਰੀਏਟ ਕਰਨਾ, ਕੁਛ ਇਨਵੈਂਟ, ਡਿਸਕਵਰ, ਕੁਛ ਖੋਜਣਾ, ਇਮੈਜਿਨ। ਆਪਾਂ ਉਸ ਸਿਚੁਏਸ਼ਨ 'ਚ ਜਾ ਕੇ ਦੇਖਦੇ ਹਾਂ ਕਿ ਅਗਰ ਆਪਾਂ ਉਸ ਕੋਈ ਸਿਚੁਏਸ਼ਨ ਆਉਂਦੀ ਆਪਣੇ, ਆਪਾਂ ਉਸ ਸਿਚੁਏਸ਼ਨ ਆਪਣੇ ਆਪ ਨੂੰ ਖੜਾ ਹੋ ਕੇ ਦੇਖਦੇ ਹਾਂ ਕਿ ਹਾਂ ਉਸ ਸਿਚੁਏਸ਼ਨ 'ਚ ਆਪਾਂ ਕੀ ਕਰਾਂਗੇ। ਸਪੋਜ਼ ਉਹੀ ਹੋ ਗਿਆ ਪ੍ਰਿਡਿਕਟ ਕਰਨਾ ਕਿ ਹਾਂ ਕਿ ਇਹ ਅਗਲਾ ਪੁਆਇੰਟ ਕੀ ਹੋਏਗਾ, ਕਿ ਆਪਾਂ ਕੀ ਯੂਜ਼ ਕਰੀਏ ਕਿ ਇਹ ਮੈਥਡ ਜਲਦੀ ਸੋਲਵ ਹੋ ਸਕੇ। ਪ੍ਰੈਕਟੀਕਲ ਮਤਲਬ ਨੈਕਸਟ ਆਪਣਾ ਪ੍ਰੈਕਟੀਕਲ, ਆਪਾਂ ਜੋ ਆਪਾਂ ਵੇ ਸੋਚ ਲਿਆ ਉਹਨੂੰ ਅਪਲਾਈ ਕਰਨਾ, ਯੂਜ਼ ਕਰਨਾ, ਪੁੱਟ ਇਨ ਟੂ ਪ੍ਰੈਕਟਿਸ ਲੈ ਕੇ ਆਉਣਾ, ਪ੍ਰੈਕਟਿਸ ਕਰਨੀ, ਇੰਪਲੀਮੈਂਟ ਕਰਨਾ, ਇੰਪਲਾਈ, ਰੈਂਡਰ ਪ੍ਰੈਕਟੀਕਲ। ਨੈਕਸਟ ਆਪਣਾ ਪੁਆਇੰਟ ਹੈਗਾ ਕ੍ਰਿਸਟਲ ਐਂਡ ਫਲੂਇਡ ਇੰਟੈਲੀਜੈਂਸ, ਜੋ ਕਿ ਆਪਾਂ ਨੇ ਦਿੱਤੀ ਸੀ ਰੇਮੰਡ ਬੀ ਕੈਟਲ ਨੇ। ਰੇਮੰਡ ਬਰਨਰਡ ਕੈਟਲ ਵਾਸ, ਉਹਦੇ ਬਾਰੇ ਦੱਸਿਆ ਹੈ ਰੇਮੰਡ ਬਰਨਰਡ ਕੈਟਲ, ਜੋ ਕਿ ਕਿਤੋਂ ਬਿਲੋਂਗ ਕਰਦਾ ਸੀ, ਬ੍ਰਿਟਿਸ਼ ਐਂਡ ਅਮੈਰੀਕਨ ਸਾਈਕੋਲੋਜਿਸਟ ਆ। ਫਲੂਇਡ ਇੰਟੈਲੀਜੈਂਸ ਕੀ ਹੁੰਦਾ ਕਿ ਫਲੂਇਡ ਇੰਟੈਲੀਜੈਂਸ ਰੈਫਰ ਕਰਦੀ ਹੈ ਟੂ ਐਬਿਲਿਟੀ to reason, think flexibly, and it is gained from heredity based on neurological development। fluid intelligence ਆਪਣੀ ਬੇਸ ਕਿਤੇ ਕਰਦੀ ਹੈ ਹੈਰੀਡਿਟੀ, ਜੋ ਆਪਾਂ ਨੂੰ ਆਪਣੇ ਪੇਰੈਂਟਸ ਤੋਂ ਮਿਲਦੀ ਹੈ। ability to reason and think flexibly, ਲਚੀਲਾਪਨ, ਫਲੈਕਸੀਬਲੀ ਮਤਲਬ ਲਚੀਲਾਪਨ, ਫਲੈਕਸੀਬਲ ਹੋ ਕੇ ਸੋਚਣਾ, ਇਹ ਨਹੀਂ ਕਿ ਮਾਈਂਡ ਤੋਂ ਸਟ੍ਰੈਸ ਪਾਸ ਕੇ ਫਲੈਕਸੀਬਲੀ ਸੋਚਣਾ। ਇਹ ਆਪਾਂ ਨੂੰ ਕਿੱਥੋਂ ਰਿਸੀਵ ਹੁੰਦੀ ਹੈ, ਗੇਨ ਹੁੰਦੀ ਹੈ ਹੈਰੀਡਿਟੀ ਮਤਲਬ ਪੇਰੈਂਟਸ ਤੋਂ। ਇਹ ਬੇਸ ਕਿਤੇ ਕਰਦੀ ਹੈ ਨਿਊਰੋਲੋਜੀਕਲ ਡਿਵੈਲਪਮੈਂਟ 'ਤੇ। ਆਪਣਾ ਨੈਕਸਟ ਕ੍ਰਿਸਟਲਾਈਜ਼ ਇੰਟੈਲੀਜੈਂਸ, ਇਹ ਰੈਫਰ ਕਿੱਥੋਂ ਕਰਦੀ ਹੈ, ਕੋਮੂਲੇਸ਼ਨ ਆਫ ਨੌਲੇਜ, ਫੈਕਟ ਐਂਡ ਸਕਿੱਲ ਦੈਟ ਆਰ ਰਿਕੁਆਇਰਡ ਥਰੂ ਆਊਟ ਲਾਈਫ। ਜੋ ਕ੍ਰਿਸਟਲ ਇੰਟੈਲੀਜੈਂਸ ਕਿਤੋਂ ਰੈਫਰ ਕਰਦੀ ਹੈ, ਆਪਣੀ ਨੌਲੇਜ, ਆਪਣੇ ਮਤਲਬ ਗਿਆਨ ਤੋਂ, ਆਪਣੇ ਫੈਕਟ, ਸਕਿੱਲ, ਜੋ ਆਪਾਂ ਨੂੰ ਸਕਿੱਲਸ ਹੈ, ਹਰ ਕਿਸੇ ਦੀ ਅਲੱਗ-ਅਲੱਗ ਸਕਿੱਲਸ ਹੈ। ਜਿਵੇਂ ਕਿਸੇ ਨੈਚੁਰਲ ਆਪਾਂ ਪੜ੍ਹਿਆ ਸੀ ਕਿੰਨੇ ਤਰ੍ਹਾਂ ਦੀ ਸਕਿੱਲਸ ਹੁੰਦੀ ਹੈ, ਹਰ ਕਿਸੇ ਦੀ ਸਕਿੱਲਸ ਦੇ ਅਕੋਰਡਿੰਗ ਉਹ ਕਿੱਥੋਂ ਐਕਵਾਇਰ ਕਰਦਾ ਥਰੂ ਆਊਟ ਲਾਈਫ 'ਚ। ਆਪਣੀ ਜਿੰਨੀ ਵੀ ਆਪਣੀ ਲਾਈਫ ਹੁਣ ਤੱਕ ਹਰ ਕੋਈ ਬੱਚਾ ਆਪਣੇ ਐਕਸਪੀਰੀਅੰਸ ਤੋਂ ਕੁਝ ਨਾ ਕੁਝ ਗੇਨ ਕਰਦਾ ਹੈ। ਫਲੂਇਡ ਇੰਟੈਲੀਜੈਂਸ ਔਰ ਕ੍ਰਿਸਟਲ ਡਿਫਰੈਂਸ ਕਰ ਰਹੇ ਆਪਾਂ। ਫਲੂਇਡ ਇੰਟੈਲੀਜੈਂਸ ਮਤਲਬ ਆਈਡੈਂਟੀਟੀ ਕੰਪਲੈਕਸ ਰਿਲੇਸ਼ਨ, ਆਈਡੈਂਟੀਫਾਈ ਕੰਪਲੈਕਸ ਰਿਲੇਸ਼ਨ। ਐਂਡ ਕ੍ਰਿਸਟਲਾਈਜ਼ ਇੰਟੈਲੀਜੈਂਸ ਮਤਲਬ ਲਰਨ, ਆਪਾਂ ਕੁਝ ਸਿੱਖਦੇ ਹਾਂ। ਪੀਕ ਐਟ ਮਿਡ 20s, ਇਹਦੇ ਵਿੱਚ ਕੀ ਹੁੰਦਾ ਕਲਚਰ ਇਨਫਲੂਐਂਸ ਕਰਦੇ, ਕਲਚਰ ਆਪਾਂ ਦੇਖਿਆ ਸੰਸਕ੍ਰਿਤੀ ਇਹਦੇ ਵਿੱਚ ਪ੍ਰਭਾਵ ਕਰਦੀ ਹੈ। ਇਹਦੇ ਵਿੱਚ ਕੀ ਹੁੰਦਾ ਡਾਈਵਰਜੈਂਟ ਥਿੰਕਿੰਗ ਹੁੰਦੀ, ਆਪਾਂ ਆਪਣੀ ਥਿੰਕਿੰਗ ਹੁੰਦੀ ਹੈ ਡਾਈਵਰਜੈਂਟ। ਇਹਦੇ ਵਿੱਚ ਐਕਸਪੀਰੀਅੰਸ ਕੰਮ ਕਰਦਾ, ਕੰਪਰੀਹੈਂਸ਼ਨ, ਜਜਮੈਂਟ, ਕਿ ਹਰ ਕਿਸੇ ਦਾ ਜਜਮੈਂਟ ਕੀ ਆ, ਹਰ ਉਹਦੇ 'ਤੇ ਇਫੈਕਟ ਲੈ ਕੇ ਹੀ ਆਏਗੀ। ਅਗਲਾ ਆਪਣਾ ਪੁਆਇੰਟ ਹੈਗਾ ਸਟਰਕਚਰ SOI ਮਤਲਬ ਸਟਰਕਚਰ ਆਫ ਇੰਟੈਲੀਜੈਂਸ, ਜਿਹਨੂੰ ਆਪਾਂ ਕਹਿ ਦਿੰਦੇ 3D ਮੋਡਲ ਆਫ ਇੰਟੈਲੀਜੈਂਸ। ਇਹ ਕਿਹਨੇ ਦਿੱਤਾ ਸੀ, ਜੋਏ ਪਾਲ ਗਿਲਫਰਡ, ਜੋ ਕਿ ਕੌਣ ਸੀ, ਅਮੈਰੀਕਨ ਸਾਈਕੋਲੋਜਿਸਟ ਸੀ। ਉਹਨਾਂ ਨੇ ਕੀ ਦਿੱਤਾ, ਹੀ ਗੇਵ ਡਿਸਟੈਂਸ ਬਿਟਵੀਨ ਕਨਵਰਜੈਂਟ ਥਿੰਕਿੰਗ ਐਂਡ ਡਾਈਵਰਜੈਂਟ ਥਿੰਕਿੰਗ। ਉਹਨਾਂ ਨੇ ਕੀ ਕਿਹਾ, ਹੀ ਪਰਪਸ ਦੈਟ 3 dimensions were necessary for accurate description of intelligence. These are operation, content and products। ਇਹਨਾਂ ਨੇ ਕਿਹਾ ਕਿ 3 dimension ਬਹੁਤ ਜ਼ਿਆਦਾ ਜ਼ਰੂਰੀ ਹੈ ਇੰਟੈਲੀਜੈਂਸ ਨੂੰ ਐਕੂਰੇਟ ਡਿਸਕ੍ਰਿਪ ਕਰਨ ਲਈ। ਉਹ ਕਿਹੜੇ ਨੇ, ਆਪਰੇਸ਼ਨ, ਕੰਟੈਂਟ ਐਂਡ ਪ੍ਰੋਡਕਟ। These 5 into 6 into 6 is equal to 180 mental ability are listed below. First, content dimension, broad areas of information to which the human intellect applies operation। Visual मतलब वही
ਕਿ ਇਨਫੋਰਮੇਸ਼ਨ ਪਰਸੀਵ ਥਰੂ ਸੀਇੰਗ, ਮਤਲਬ ਦੇਖ ਕੇ ਆਪਾਂ ਕੀ ਸਿੱਖ ਰਹੇ ਹਾਂ ਕੀ ਨਹੀਂ। ਆਪਣੇ ਵਿਜ਼ੂਅਲ ਆਪਾਂ ਨੂੰ ਡਾਇਰੈਕਸ਼ਨ ਦਾ ਅਗਰ ਗਿਆਨ ਹੈ ਤਾਂ ਆਪਾਂ ਕਿਤੇ ਵੀ ਜਾ ਸਕਦੇ ਹਾਂ। ਹੁਣ ਆਪਾਂ ਲੁਧਿਆਣਾ ਰਹਿੰਦੇ ਹਾਂ, ਕੋਈ ਵੀ ਸਿਟੀ 'ਚ ਰਹਿੰਦੇ ਹਾਂ, ਜਿੱਥੇ ਆਪਾਂ ਜਿਹੜੀ ਸਿਟੀ 'ਚ ਆਪਾਂ ਰਹਿੰਦੇ ਹਾਂ ਉਹ ਗਲੀ ਗਲੀ ਦਾ ਆਪਾਂ ਨੂੰ ਪਤਾ ਹੈ। ਅਗਰ ਆਪਾਂ ਕੋਈ ਹੋਰ ਨਿਊ ਸਿਟੀ 'ਚ ਜਾਂਦੇ ਹਾਂ ਉੱਥੇ ਆਪਾਂ ਨਹੀਂ ਪਤਾ ਹੁੰਦਾ ਵੀ ਆਹ ਚੀਜ਼ ਕਿੱਥੇ ਆ, ਕੋਈ ਵੀ ਜਗ੍ਹਾ ਇਹ ਕਿੱਥੇ ਆ, ਆਪਾਂ ਨੂੰ ਪੁੱਛਣਾ ਪੈਂਦਾ ਕਿਉਂਕਿ ਆਪਾਂ ਉਸ ਚੀਜ਼ ਦੇ ਬਾਰੇ ਨੌਲੇਜ ਨਹੀਂ ਹੈਗੀ। ਆਡੀਟਰੀ ਇਨਫੋਰਮੇਸ਼ਨ ਪਰਸੀਵ ਥਰੂ ਹੀਅਰਿੰਗ, ਹੁਣ ਇਹਦੇ ਵਿੱਚ ਕੀ ਹੁੰਦਾ ਕਿ ਹੁਣ ਮੈਂ ਤੁਹਾਨੂੰ ਬੋਲ ਰਹੀ ਹਾਂ ਅਤੇ ਤੁਸੀਂ ਸੁਣ ਕੇ ਹੀ ਸਿੱਖ ਰਹੇ ਹੋ ਕਿ ਮੈਂ ਤੁਹਾਨੂੰ ਕੀ ਸਿਖਾਉਣਾ ਚਾਹੁੰਦੀ ਹਾਂ, ਕੀ ਦੱਸਣਾ ਚਾਹੁੰਦੀ ਹਾਂ। symbolic information perceived as symbol or sign that stand for something else, Arabic numerals, a letter of an alphabet, musical and scientific। ਸਿੰਬਲਸ ਕੀ ਹੁੰਦੇ ਆ, ਹੁਣ ਜਿਹੜੇ ਬੱਚੇ ਸੁਣ ਨਹੀਂ ਸਕਦੇ ਹੈਗੇ ਉਹਨਾਂ ਲਈ ਆਪਾਂ ਕੀ ਕਰਦੇ ਹਾਂ, ਸਿੰਬਲਸ ਦਾ ਯੂਜ਼ ਕਰਦੇ ਹਾਂ। ਜਿਵੇਂ ਕਿ ਉਹਨਾਂ ਨੂੰ ਸਿੰਬਲਸ ਨਾਲ ਯੂਜ਼ ਕਰਿਆ ਜਾਂਦਾ, ਦੱਸਿਆ ਜਾਂਦਾ ਹਾਂ ਉਹਨਾਂ ਨੂੰ ਮੂੰਹ 'ਤੇ ਹੱਥ ਰੱਖ ਕੇ ਕਿ ਹਾਂ ਚੁੱਪ, ਜਾਂ ਕੁਛ ਵੀ ਇੱਦਾਂ ਸਿੰਬਲਸ ਯੂਜ਼ ਕਰਦੇ ਤਾਂ ਕਿ ਉਹ ਵੀ ਨੌਲੇਜ ਆਪਣੀ ਇਨਕਰੀਜ਼ ਕਰ ਸਕੇ। ਹਰ ਕੋਈ ਹਰ ਵੀ ਨਾਲ ਨਹੀਂ ਪੜ੍ਹ ਸਕਦਾ। ਹੁਣ ਛੋਟੇ ਬੱਚੇ ਆ, ਹੁਣ ਉਹਨਾਂ ਨੂੰ ਲੈਟਰ ਸਿਖਾਉਣੇ ਜਾਂ ਕੁਛ ਵੀ ਐਲਫਾਬੈਟ ਸਿਖਾਉਣੇ ਆ। ਹੁਣ ਐਪਲ ਜਾਂ ਕੁਛ ਫਰੂਟਸ ਦੱਸਣਾ, ਉਹਨਾਂ ਨੂੰ ਆਪਾਂ ਕੀ ਕਰਦੇ, ਏ ਫॉर ਐਪਲ ਦੱਸ ਕੇ ਐਪਲ ਦਿਖਾ ਸਕਦੇ ਹਾਂ ਜਾਂ ਕੋਈ ਵੀ ਓਬਜੈਕਟ ਦਿਖਾ ਸਕਦੇ ਹਾਂ ਜਿਹਦੇ ਬਾਰੇ ਆਪਾਂ ਉਹਨਾਂ ਨੂੰ ਪੜ੍ਹਾ ਰਹੇ ਹਾਂ। ਸਿਮੈਂਟਿਕ ਕੰਸਰਨ ਵਿਦ ਵਰਬਲ ਮੀਨਿੰਗ ਐਂਡ ਆਈਡੀਆ। ਸਿਮੈਂਟਿਕਸ ਕੀ ਹੁੰਦਾ ਕਿ ਹੁਣ ਆਪਾਂ ਕੁਝ ਵੀ ਬੋਲ ਰਹੇ ਹਾਂ, ਹੁਣ ਮੈਂ ਲੈਂਗੁਏਜ ਬੋਲ ਰਹੀ ਹਾਂ ਉਹਦੇ ਵਿੱਚ ਮੀਨਿੰਗ ਕੀ ਹੈ, ਮੈਂ ਬੋਲਣਾ ਕੀ ਚਾਹੁੰਦੀ ਹਾਂ, ਤੁਸੀਂ ਸਾਨੂੰ ਸਮਝ ਪਾ ਰਹੇ ਹੋ ਵੀ ਮੇਰੇ ਆਈਡੀਆਜ਼ ਕੀ ਹੈ। ਨੈਕਸਟ ਹੈ ਕਿ ਆਪਣਾ ਬਿਹੇਵੀਅਰਲ ਇਨਫੋਰਮੇਸ਼ਨ ਪਰਸੀਵਡ ਐਜ਼ ਐਕਟ ਆਫ ਪੀਪਲ। ਬਿਹੇਵੀਅਰ, ਹਰ ਕਿਸੇ ਦਾ ਬਿਹੇਵੀਅਰ ਅਲੱਗ ਅਲੱਗ ਹੈ ਕਿਸੇ ਪੀਪਲ ਨਾਲ ਬਿਹੇਵ ਕਰਨ ਦਾ। ਸੈਕਿੰਡ ਆਪਣਾ ਪ੍ਰੋਡਕਟਸ, ਇਹਦੇ ਵਿੱਚ 6 ਪ੍ਰੋਡਕਟਸ ਆ ਜਾਂਦੇ ਟੂ ਇਨਕਰੀਜ਼ ਕੰਪਲੈਕਸਿਟੀ। ਯੂਨਿਟਸ ਆ ਗਏ ਮਤਲਬ ਸਿੰਗਲ ਆਈਟਮਸ ਆਫ ਨੌਲੇਜ। ਕਲਾਸਿਸ ਸੈਟ ਆਫ ਯੂਨਿਟ ਸ਼ੇਅਰਿੰਗ ਕਾਮਨ ਐਟਰੀਬਿਊਟ। ਕਲਾਸਿਸ ਹੋ ਗਈ, ਆਪਣੀ ਕਲਾਸਿਸ ਕਿੰਨੇ ਸਾਰੇ ਬੱਚੇ ਹੁੰਦੇ ਆ, ਮਤਲਬ 20 ਬੱਚੇ ਹੁੰਦੇ ਜਾਂ 35 ਕਲਾਸਿਸ ਜੋ ਟੀਚਰ ਸੰਭਾਲਦੀ ਹੈ ਉਹਨੂੰ ਕਲਾਸ 'ਚ ਆ ਗਏ। ਰਿਲੇਸ਼ਨ unit linked as opposite in association sequence or analogy। हर अपने भी रिलेशन, अपने भी फ्रेंड्स है उन्होंने रिलेशन हर किसी का लिंक करना अपोजिट। सिस्टम मल्टीपल रिलेशन इंटररिलेटेड टू कंप्राइज स्ट्रक्चर और नैटवर्क्स। ਹੁਣ ਇਹ ਵੀ ਇੱਕ ਸਿਸਟਮ ਹੀ ਆ। ਹੁਣ ਆਪਾਂ ਹੁਣ ਔਨਲਾਈਨ ਪੜ੍ਹ ਰਹੇ ਹਾਂ ਨੈਟ ਦੇ ਥਰੂ, ਇੱਕ ਸਿਸਟਮ ਹੀ ਹੈ ਜੋ ਇੱਕ ਦੂਜੇ ਨੂੰ ਸਟਰਕਚਰ ਕਰ ਰਿਹਾ। ਹਰ ਸਿਸਟਮ ਇੱਕ ਦੂਜੇ ਨਾਲ ਜੁੜਿਆ ਹੁੰਦਾ ਜਿਹਦੇ ਕਰਕੇ ਆਪਾਂ ਪੜ੍ਹ ਰਹੇ ਹਾਂ। ਹੁਣ ਟਰਾਂਸਫੋਰਮੇਸ਼ਨ ਮਤਲਬ ਨੈਕਸਟ ਆਪਣਾ ਟਰਾਂਸਫੋਰਮੇਸ਼ਨ ਚੇਂਜ ਪਰਸਪੈਕਟਿਵ ਕਨਵਰਜ਼ਨ ਔਰ ਮਿਊਚੁਏਸ਼ਨ ਟੂ ਨੌਲੇਜ। ਨੈਕਸਟ ਆਪਣਾ ਇੰਪਲੀਕੇਸ਼ਨ ਇਹਦੇ ਵਿੱਚ ਕੀ ਹੁੰਦਾ, ਪ੍ਰੈਡਿਕਸ਼ਨ। ਹੁਣ ਆਪਾਂ ਪ੍ਰੈਡਿਕਟ ਕਰ ਲੈਂਦੇ ਹਾਂ, ਹੁਣ ਆਪਾਂ ਨੂੰ ਹਜੇ ਨਹੀਂ ਪਤਾ ਕਿ ਆਪਣਾ ਪੀਐਸ ਟੈਟ ਕਦੋਂ, ਫਿਰ ਆਪਾਂ ਪ੍ਰੈਡਿਕਟ ਕਰ ਰਹੇ ਹਾਂ ਕਿ ਹਾਂ ਆਪਣਾ ਦਸੰਬਰ ਜਾਂ ਜਨਵਰੀ ਤੱਕ ਪੇਪਰ ਆ ਜਾਣਾ। ਇਨਫਲੂਐਂਸ ਕੌਨਸੀਕੁਐਂਸੀ ਔਰ ਐਂਟੀਸਪੇਸ਼ਨ ਆਫ ਨੌਲੇਜ। ਥਰਡ ਆਪਣਾ ਆ ਜਾਂਦਾ 6 ਆਪਰੇਸ਼ਨ। ਇਹਦੇ ਵਿੱਚ ਕੀ ਹੁੰਦਾ, ਜਨਰਲ ਇੰਟਲੈਕਚੁਅਲ ਦਾ ਪ੍ਰੋਸੈਸ ਹੈ। ਫਸਟ ਕੋਗਨੀਸ਼ਨ, ਇਹਦੇ ਮਤਲਬ ਕੀ ਹੁੰਦਾ, ਦਾ ਐਬਿਲਿਟੀ ਟੂ ਅੰਡਰਸਟੈਂਡ, ਕੰਪਰੀਹੈਂਡ, ਡਿਸਕਵਰ ਐਂਡ ਬਿਕਮ ਅਵੇਅਰ ਆਫ ਇਨਫੋਰਮੇਸ਼ਨ। ਮਤਲਬ ਆਪਾਂ ਕਿਵੇਂ ਸਮਝ ਰਹੇ ਹਾਂ ਉਹਨੂੰ, ਕੰਪਰੀਹੈਂਡ ਕਰ ਰਹੇ, ਕੁਝ ਖੋਜਣਾ ਜਾਂ ਅਵੇਅਰ, ਕਿੰਨਾ ਕੁ ਆਪਾਂ ਇਨਫੋਰਮੇਸ਼ਨ ਤੋਂ ਅਵੇਅਰ ਆ। ਸੈਕਿੰਡ ਆਪਣਾ ਮੈਮਰੀ ਕੋਡਿੰਗ, ਦਾ ਐਬਿਲਿਟੀ ਟੂ ਐਨਕੋਡ ਇਨਫੋਰਮੇਸ਼ਨ। ਹੁਣ ਆਪਾਂ ਪੀਐਸ ਟੈਟ ਪੇਪਰ ਜਾਂਦੇ ਹਾਂ ਪੇਪਰ ਦੇਣ, ਆਪਾਂ ਉਹਦੇ ਵਿੱਚ ਇਹ ਆਨਸਰ ਤਾਂ ਨਹੀਂ ਲੈ ਕੇ ਜਾਂਦੇ, ਆਪਾਂ ਕੋਈ ਬੁੱਕਸ ਤਾਂ ਨਹੀਂ ਲੈ ਕੇ ਜਾਂਦੇ, ਆਪਾਂ ਜੋ ਪੜ੍ਹਿਆ ਉਹਨੂੰ ਯਾਦ ਕਰਦੇ ਆਪਣੀ ਮੈਮਰੀ 'ਚ, ਤਾਂ ਹੀ ਆਪਾਂ ਉਹਦੇ 'ਤੇ ਟਿਕ ਮਾਰ ਸਕਦੇ ਹਾਂ ਕਿ ਹਾਂ ਇਹਦਾ ਆਨਸਰ ਇਹ ਹੈ, ਇਹਦਾ, ਕਿਉਂਕਿ ਆਪਾਂ ਐਨਕੋਡ ਇਨਫੋਰਮੇਸ਼ਨ ਨੂੰ ਰਿਕਾਰਡ ਕਰ ਰਹੇ ਕਿਤੇ ਆਪਣੇ ਮਾਈਂਡ 'ਚ। ਥਰਡ ਪੁਆਇੰਟ ਆਪਣਾ ਮੈਮਰੀ ਰਿਟੈਂਸ਼ਨ, ਦਾ ਐਬਿਲਿਟੀ ਟੂ ਰਿਕਾਲ ਇਨਫੋਰਮੇਸ਼ਨ। ਜਿਵੇਂ ਹੋਈ ਇਹ ਹੁੰਦਾ ਕਿ ਹੁਣ ਪੇਪਰ ਦੇ ਰਹੇ ਹਾਂ, ਤੁਸੀਂ ਉਹ ਪੜ੍ਹਿਆ, ਆਪਣੀ ਮੈਮਰੀ 'ਚ ਰਿਕਾਰਡ ਕੀਤਾ, ਤਾਂ ਉੱਥੇ ਤੁਸੀਂ ਆਪਣੀ ਮੈਮਰੀ ਰਿਟੈਂਸ਼ਨ ਕਰ ਰਹੇ ਹੋ, ਆਪਣੀ ਮੈਮਰੀ ਯਾਦ ਕਰਿਆ ਕਿ ਹਾਂ ਮੈਮ ਨੇ ਕੀ ਦੱਸਿਆ ਸੀ ਇਹਦੇ ਬਾਰੇ, ਕਿ ਇਹਦੇ 'ਤੇ ਕੀ ਪੁਆਇੰਟ ਬਣੇਗਾ ਇਹਦਾ। ਨੈਕਸਟ ਆਪਣਾ ਡਾਇਵਰਜੈਂਟ ਪ੍ਰੋਡਕਸ਼ਨ, ਦਾ ਐਬਿਲਿਟੀ ਟੂ ਜਨਰੇਟ ਮਲਟੀਪਲ ਸੋਲਿਊਸ਼ਨ ਟੂ ਏ ਪ੍ਰੋਬਲਮ ਕ੍ਰੀਏਟਿਵਿਟੀ। ਇਹਦੇ ਕੀ ਹੁੰਦਾ ਕਿ ਇੱਕ ਪ੍ਰੋਬਲਮ ਦਾ ਇੱਕੋ ਹੀ ਵੇ ਨਾਲ ਨਹੀਂ ਸੋਚ ਕੇ, ਨਹੀਂ ਉਹਦੇ ਅਲੱਗ ਅਲੱਗ ਵੇ ਨਾਲ ਸੋਚ ਕੇ। ਹੁਣ ਮੈਂ ਤੁਹਾਨੂੰ ਦੱਸਦਾ ਕਿ SST ਦਾ ਪੇਪਰ, ਹੁਣ ਜਿਵੇਂ PS ਟੈਟ ਦਾ ਪੇਪਰ ਹੋਣਾ, ਤੁਸੀਂ ਤਿਆਰੀ ਕਰਨੀ ਹੈ, ਤੁਸੀਂ ਉਹਦੇ ਇੱਕੋ ਹੀ ਸੋਲਿਊਸ਼ਨ ਨਹੀਂ ਲੈ ਕੇ ਚੱਲ ਰਹੇ ਹੋ ਕਿ ਹਾਂ ਮੈਂ ਇੱਥੋਂ ਪੜ੍ਹ ਲਿਆ ਅਤੇ ਗੱਲ ਖਤਮ। ਤੁਸੀਂ ਕੀ ਕਰੋਗੇ, ਆਪਣੀ ਪ੍ਰੈਕਟਿਸ ਇਨਕਰੀਜ਼ ਕਰ ਲਈ, ਮੋਡਲ ਪੇਪਰ ਜਾਂ ਟੈਸਟ ਪੇਪਰ ਸੋਲਵ ਕਰੋਗੇ। ਕਿਉਂ, ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਮੇਰੇ ਇੰਨੇ ਨੰਬਰ ਬਣੇ 120, ਤੁਸੀਂ ਹੁਣ 10 ਪੇਪਰ ਸੋਲਵ ਕਰ ਰਹੇ ਹੋ, ਤੁਸੀਂ ਦੇਖ ਰਹੇ ਹੋ ਕਿ ਮੇਰੇ 60 ਮਾਰਕਸ ਬਣ ਰਹੇ, ਮਤਲਬ ਐਨਾਲਾਈਜ਼ ਕਰ ਰਹੇ ਹੋ ਕਿ ਇੱਥੋਂ ਘੱਟ ਹੈ ਮੇਰੇ, ਫਿਰ ਹੋਰ ਟੈਸਟ ਕਰ ਰਹੇ ਹੋ ਜਾਂ ਕੁਛ ਵੀ ਹੋਰ ਕਿੱਥੋਂ ਸਿੱਖ ਰਹੇ ਹੋ ਜਾਂ ਕੁਛ ਵੀ ਕਰ ਰਹੇ ਹੋ, ਇੱਕ ਸੋਲਿਊਸ਼ਨ ਨਾਲ ਨਹੀਂ ਚੱਲ ਰਿਹਾ, ਉਹਦੇ ਅਲੱਗ ਅਲੱਗ ਸੋਲਿਊਸ਼ਨ ਯੂਜ਼ ਕਰ ਰਹੇ ਹੋ। ਨੈਕਸਟ ਆਪਣਾ
convergent production, the ability to deduce a single solution to a problem, rule following or problem solving। ਇਹਦੇ ਵਿੱਚ ਕੀ ਹੁੰਦਾ ਕਿ ਇੱਕੋ ਹੀ ਇੱਕ ਪ੍ਰੋਬਲਮ ਦਾ ਇੱਕੋ ਹੀ ਸੋਲਿਊਸ਼ਨ ਲੈ ਕੇ ਚੱਲਣਾ। ਹੁਣ ਜਿਵੇਂ ਕੋਈ ਵੀ ਪ੍ਰੋਬਲਮ ਆਈ ਉਹਦਾ ਸਿਰਫ ਇੱਕੋ ਹੀ ਵੇ ਨਾਲ ਚੱਲਣਾ, ਇਹ ਨਹੀਂ ਕਿ ਉਹਦੇ ਮਲਟੀਪਲ ਵੇ ਲੱਭਣੇ, ਇੱਕੋ ਹੀ ਵੇ ਨਾਲ। ਨੈਕਸਟ ਆਪਣਾ ਇਵੈਲੂਏਸ਼ਨ, ਦ ਐਬਿਲਿਟੀ ਟੂ ਜੱਜ ਵੈਦਰ ਔਰ ਨੋਟ ਇਨਫੋਰਮੇਸ਼ਨ ਇਜ਼ ਐਕੂਰੇਟ, ਕੰਸਟੈਂਟ ਔਰ ਵੈਲਿਊ। ਹੁਣ ਹਰ ਕਿਸੇ ਨੂੰ ਇਹਦੇ 'ਚ ਕੀ ਹੁੰਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ PSTET ਦਾ ਪੇਪਰ ਹੋਣਾ, ਤੁਸੀਂ ਜਾਣਦੇ ਹੋ ਮੇਰੇ 120 ਮਾਰਕਸ ਆਏ, ਤੁਸੀਂ 10 ਪੇਪਰ ਸੋਲਵ ਕਰ ਰਹੇ ਹੋ ਜਾਂ ਇੱਕ ਪੇਪਰ ਸੋਲਵ ਕਰ ਰਹੇ ਹੋ, ਤੁਸੀਂ ਹੁਣ ਆਪਣੇ ਆਪ ਨੂੰ ਇਵੈਲੂਏਟ ਕਰ ਰਹੇ ਹੋ ਕਿ ਮੈਂ ਕਿੱਥੇ ਖੜਿਆ, ਕਿ ਮੈਂ ਅਗਰ ਇਹ ਪੇਪਰ ਸੋਲਵ ਕਰ ਰਹੀ ਹਾਂ, ਕੋਈ ਵੀ ਕੁਐਸਚਨ ਪੇਪਰ ਸੋਲਵ ਕਰ ਰਹੇ ਹਾਂ, ਕਿ ਮੇਰੇ 120+ ਨੰਬਰ ਬਣ ਰਹੇ ਜਾਂ ਨਹੀਂ ਬਣ ਰਹੇ। ਅਗਰ ਨਹੀਂ ਬਣ ਰਹੇ ਤਾਂ ਮਤਲਬ ਤੁਸੀਂ ਐਕੂਰੇਟ ਚੱਲ ਰਹੇ ਹੋ, ਨਹੀਂ ਬਣ ਰਹੇ ਤਾਂ ਤੁਸੀਂ ਉਹਦਾ ਹੋਰ ਸੋਲਿਊਸ਼ਨ ਲੱਭੋਗੇ। ਨੈਕਸਟ ਆਪਣਾ ਪੁਆਇੰਟ ਹੈਗਾ, ਨੈਕਸਟ ਆਪਣੀ ਥਿਓਰੀ ਹੈਗੀ ਹੈ ਥੋਰਨਡਾਈਕ ਮਲਟੀ ਫੈਕਟਰ ਥਿਓਰੀ। ਥੋਰਨਡਾਈਕ ਬਿਲੀਵ ਕਰਦੇ ਸੀ ਕਿ that there was nothing like general ability, each mental activity requires an aggregate or different sets of ability। ਥੋਰਨਡਾਈਕ ਬਿਲੀਵ ਨਹੀਂ ਕਰਦੇ ਸੀ ਜਨਰਲ ਐਬਿਲਿਟੀ, ਉਹਨਾਂ ਦਾ ਮੰਨਣਾ ਸੀ ਕਿ ਜੋ ਮੈਂਟਲ ਇੱਕ ਐਕਟੀਵਿਟੀ ਰਿਕੁਆਇਰਡ ਕੀ ਕਰਦੀ ਹੈ, ਡਿਫਰੈਂਟ ਸੈਟਸ ਆਫ ਐਬਿਲਿਟੀ। Thorndike found that all factors in intelligence represent a specific mental ability which are different from each other but associated to life break in a whole। ਉਹਨਾਂ ਦਾ ਮੰਨਣਾ ਸੀ, ਥੋਰਨਡਾਈਕ ਫਾਊਂਡ ਕੀ ਕੀਤਾ ਕਿ ਹਰ ਫੈਕਟਰ, ਆਲ ਫੈਕਟਰ ਜਿੰਨੇ ਵੀ ਇੰਟੈਲੀਜੈਂਸ ਦੇ ਫੈਕਟਰਸ ਹੈ ਉਹ ਰਿਪਰੈਜ਼ੈਂਟ ਕੀ ਕਰਦੇ ਨੇ, ਸਪੈਸੀਫਿਕ ਇੱਕ ਮੈਂਟਲ ਐਬਿਲਿਟੀ ਜੋ ਹਰ ਕਿਸੇ ਪਰਸਨ ਤੋਂ ਅਲੱਗ ਹੈ, ਕਿਸੇ ਦੀ ਵੀ ਹਰ ਕਿਸੇ ਦੀ ਡਿਫਰੈਂਟ ਹੈ ਇੱਕ ਦੂਜੇ ਤੋਂ, ਬਟ ਐਸੋਸ਼ੀਏਟ ਕਰਦੇ ਹੈ ਲਾਈਕ ਬ੍ਰੇਕਸ ਇਨ ਏ ਵੋਲ। ਨੈਕਸਟ ਆਪਣਾ ਪੁਆਇੰਟ ਹੈ ਹੀ ਅਜ਼ਿਊਮ, ਉਹਨਾਂ ਨੇ ਕੀ ਕਿਹਾ ਸੀ, ਹੀ ਅਜ਼ਿਊਮ ਡੈਟ ਇੰਟੈਲੀਜੈਂਸ ਟੂਵਰਡ ਇਨਵੋਲਵ 3 ਮਿਊਚੁਅਲ ਇੰਡੀਪੈਂਡੈਂਟ ਐਬਿਲਿਟੀ। ਉਹਨਾਂ ਨੇ ਕੀ ਕਿਹਾ ਕਿ ਇੰਟੈਲੀਜੈਂਸ ਕਿਹਦੇ 'ਤੇ ਇਨਵੋਲਵ ਕਰਦੇ ਹੈ, 3 ਮਿਊਚੁਅਲ ਇੰਡੀਪੈਂਡੈਂਟ ਐਬਿਲਿਟੀ ਲਾਈਕ ਐਬਸਟਰੈਕਟ। ਇਹਨਾਂ ਦੇ 3 ਕਿਹੜੇ ਦਿੱਤੇ ਸੀ, ਐਬਸਟਰੈਕਟ ਇੰਟੈਲੀਜੈਂਸ, ਕੰਕਰੀਟ ਔਰ ਸੋਸ਼ਲ ਇੰਟੈਲੀਜੈਂਸ। ਐਬਸਟਰੈਕਟ ਕੀ ਹੁੰਦਾ ਹੈ ਕਿ एबिलिटी टू वर्बल एंड सिंबॉलिक थिंकिंग, मतलब जिहड़ी चीज़ नहीं है उहदे दे बारे भी सोचना। एबिलिटी टू वर्बल एंड सिंबॉलिक, हर एक थिंकिंग दी एक चीज़ नूं होर वे नाल भी सोचना। कंक्रीट इंटैलीजेंस मतलब द एबिलिटी टू इफेक्टिवली कंट्रोल योर बॉडी एंड मैनिपुलेट ऑब्जेक्ट, ये आप अपनी बॉडी ते कितना कंट्रोल कर पा रहे हैं ऑब्जेक्ट्स ते। नैक्सट अपना सोशल इंटैलीजेंस, द एबिलिटी टू कम्युनिकेट विद पीपल, अंडरस्टैंड एंड परफॉर्म इन सोशल रिलेशन। सोशल रिलेशन की होंगे, ਹੁਣ ਆਪਾਂ ਆਪਣੇ ਫਰੈਂਡਸ ਆ, ਟੀਚਰ ਹੈ, ਜੋ ਆਪਾਂ ਆਪਣੇ ਫਰੈਂਡਸ ਨੂੰ ਬੋਲ ਸਕਦੇ ਹਾਂ ਆਪਾਂ ਆਪਣੇ ਟੀਚਰਸ ਨੂੰ ਨਹੀਂ ਬੋਲ ਸਕਦੇ, ਕਿ ਆਪਾਂ ਆਪਣੀ ਲੈਂਗੁਏਜ ਕਿਵੇਂ ਯੂਜ਼ ਕਰ ਰਹੇ ਹਾਂ, ਆਪਣੇ ਕਮਿਊਨੀਕੇਟ ਕਿੱਦਾਂ ਕਰ ਰਹੇ ਲੋਕ ਨਾਲ, ਘਰੇ ਆਪਣਾ ਹੋਰ ਬਿਹੇਵੀਅਰ ਹੁੰਦਾ, ਹੁਣ ਫਰੈਂਡਸ 'ਚ ਹੋਰ ਹੁੰਦਾ। ਇਹੀ ਹੈ ਕਿ ਐਬਿਲਿਟੀ ਆਪਾਂ ਕਿਵੇਂ ਕਰ ਰਹੇ, ਆਪਣੀ ਐਬਿਲਿਟੀਜ਼ ਨੂੰ ਕਿਸ ਤਰ੍ਹਾਂ ਯੂਜ਼ ਕਰ ਰਹੇ। सोशल, कंक्रीट, एब्स्ट्रैक्ट। सोशल मतलब समाजिक, कंक्रीट मतलब मूर्त, एब्स्ट्रैक्ट अमूर्त। सोशल च अपने पीपल आ गए, कंक्रीट च जिस चीज़ आप टच कर सकते हैं, जिमें लाइक टेबल हो गया, चेयर हो गया। एब्स्ट्रैक्ट च अपनी फीलिंग्स, लव, जिन्होंने आप देख नहीं सकते पर फील कर सकते हैं, महसूस कर सकते हैं, उन्होंने आप क्या कहना है, अमूर्त। थैंक यू, आई होप सो सारे वीडियो पसंद आई होगी। लाइक, कमेंट एंड शेयर जरूर करियो। थैंक यू।